ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਕਿ ਮੈਂ ਪਰਮਾਤਮਾ ਦੇ ਦਰਸ਼ਨ ਕਿਵੇਂ ਕਰਾਂ। ਹਾਊ ਕੈਨ ਆਈ ਮੀਟ ਗॉड। ਕੀ ਮੈਂ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਹਾਂ? ਸੰਗਤ ਜੀ, ਇਹ ਸਵਾਲ ਹਰ ਕੋਈ ਨਹੀਂ ਪੁੱਛਦਾ। ਜ਼ਿਆਦਾਤਰ ਸਾਡੇ ਵਿੱਚੋਂ ਲੋਕ ਇਹ ਹੀ ਪੁੱਛਦੇ ਨੇ ਕਿ ਮੇਰੀ ਇਹ ਮੁਰਾਦ ਕਿਵੇਂ ਪੂਰੀ ਹੋਵੇਗੀ, ਮੇਰਾ ਇਹ ਦੁੱਖ ਕਿਵੇਂ ਦੂਰ ਹੋਵੇਗਾ, ਮੇਰੇ ਇਹ ਕੰਮ ਕਿਵੇਂ ਬਣਨਗੇ, ਅਤੇ ਹੋਰ ਇਸ ਤਰ੍ਹਾਂ ਦੇ ਕਈ ਸਵਾਲ। ਬਹੁਤ ਘੱਟ ਲੋਕ ਐਸੇ ਹੁੰਦੇ ਨੇ ਜੋ ਇਹ ਪੁੱਛਦੇ ਨੇ ਕਿ ਮੈਨੂੰ ਰੱਬ ਦੇ ਉਸ ਅਕਾਲ ਪੁਰਖ ਦੇ ਦਰਸ਼ਨ ਕਿਵੇਂ ਹੋਣਗੇ। ਸੰਗਤ ਜੀ, ਮੈਂ ਤੁਹਾਨੂੰ ਸਿਰਫ ਓਨਾ ਹੀ ਦੱਸ ਪਾਵਾਂਗਾ ਜਿੰਨਾ ਕਿ ਮੈਨੂੰ ਹੁਣ ਤੱਕ ਪਤਾ ਚੱਲਿਆ ਹੈ ਗੁਰਬਾਣੀ ਵਿੱਚੋਂ। ਸੋ ਸੰਗਤ ਜੀ, ਜੋ ਮਨੁੱਖ ਗੁਰਬਾਣੀ ਪੜ੍ਹਦਾ ਹੈ ਉਹ ਭਲੀ ਪ੍ਰਕਾਰ ਜਾਣਦਾ ਹੈ ਕਿ ਪਰਮਾਤਮਾ ਕਿੱਥੇ ਹੈ ਅਤੇ ਉਸ ਨੂੰ ਕਿਵੇਂ ਪਾਣਾ ਹੈ। ਸੰਗਤ ਜੀ, ਜੇਕਰ ਅਸੀਂ ਇਸੀ ਸਵਾਲ ਨੂੰ ਗੁਰੂ ਨਾਨਕ ਦੇਵ ਜੀ ਕੋਲੋਂ ਪੁੱਛਦੇ ਹਾਂ ਕਿ ਤੁਸੀਂ ਰੱਬ ਨੂੰ ਪਾਉਣ ਦਾ ਕਿਹੜਾ ਤਰੀਕਾ ਦੱਸਦੇ ਹੋ, ਉਸ ਦੇ ਦਰਸ਼ਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਉਹ ਦੱਸਦੇ ਨੇ ਕਿ ਆਪ ਪਛਾਣੇ ਹਰ ਮਿਲੇ ਬਹੁੜ ਨਾ ਮਰਨਾ ਹੋਏ। ਭਾਵ ਜੋ ਖੁਦ ਨੂੰ ਪਹਿਚਾਣ ਲੈਂਦਾ ਹੈ ਉਹ ਹੀ ਰੱਬ ਨੂੰ ਪਾ ਲੈਂਦਾ ਹੈ। ਸੋ ਖੁਦ ਨੂੰ ਪਹਿਚਾਣਨਾ ਅਤੇ ਜਾਣਨਾ ਹੀ ਰੱਬ ਨੂੰ ਖੋਜਣਾ ਹੈ। ਇਸ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਸੰਗਤ ਜੀ, ਇਸੀ ਗੱਲ ਨੂੰ ਜੇ ਅਸੀਂ ਭਗਤ ਕਬੀਰ ਜੀ ਕੋਲੋਂ ਪੁੱਛਦੇ ਹਾਂ ਅਤੇ ਉਹ ਵੀ ਬਾਣੀ ਵਿੱਚ ਬੜਾ ਸੁੰਦਰ ਦੱਸਦੇ ਹਨ। ਆਪ ਖੋਜ ਖੋਜ ਮਿਲੇ ਕਬੀਰਾ। ਭਾਵ ਕਿ ਮੈਂ ਰੱਬ ਨੂੰ ਆਪਣੇ ਅੰਦਰੋਂ ਢੂੰਡਿਆ ਅਤੇ ਢੂੰਡ ਕੇ ਉਸ ਨੂੰ ਪਾ ਲਿਆ। ਸੋ ਸੰਗਤ ਜੀ, ਜਦੋਂ ਅਸੀਂ ਰੱਬ ਦੀ ਖੋਜ ਕਰਦੇ ਹਾਂ ਅਤੇ ਬਾਹਰ ਕਰਦੇ ਹਾਂ ਕਿ ਕੋਈ ਬਾਹਰ ਤੋਂ ਆਏਗਾ, ਸਾਨੂੰ ਦਰਸ਼ਨ ਦੇਗਾ, ਜਾਂ ਇਹ ਸੋਚਦੇ ਹਾਂ ਕਿ ਉਹ ਕੋਈ ਹੋਰ ਧਰਤੀ 'ਤੇ ਹੈ ਜਾਂ ਅਸਮਾਨ 'ਤੇ ਹੈ। ਨਹੀਂ ਸੰਗਤ ਜੀ, ਉਹ ਤਾਂ ਸਾਡੇ ਸਭ ਦੇ ਅੰਦਰ ਹੀ ਵਾਸ ਕਰਦਾ ਹੈ। ਸਾਨੂੰ ਉਸ ਨੂੰ ਢੂੰਡਣ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ। ਅਸੀਂ ਜਿੱਥੇ ਵੀ ਹਾਂ ਉੱਥੇ ਹੀ ਉਸ ਨੂੰ ਪਾ ਸਕਦੇ ਹਾਂ। ਸਗੋਂ ਉਸ ਨੂੰ ਤਾਂ ਅਸੀਂ ਪਾਇਆ ਹੀ ਹੋਇਆ ਹੈ। ਅਸੀਂ ਤਾਂ ਸਾਰੇ ਉਸ ਤੋਂ ਹੀ ਬਣੇ ਹਾਂ, ਉਸ ਦੀ ਹੀ ਅਸੀਂ ਅੰਸ਼ ਹਾਂ। ਉਹ ਸਾਡੇ ਤਾਂ ਸਭ ਦੇ ਅੰਦਰ ਹੀ ਹੈ ਪਹਿਲੇ ਤੋਂ। ਸਾਨੂੰ ਕੀ ਕਰਨਾ ਹੈ? ਆਪਣੇ ਅੰਦਰੋਂ ਬੁਰੇ ਖਿਆਲਾਂ ਦੀ ਮਿੱਟੀ ਨੂੰ ਆਪਣੇ ਤੋਂ ਅਲੱਗ ਕਰਨਾ ਹੈ ਅਤੇ ਫਿਰ ਉਸ ਰੱਬ ਜੋ ਸਾਡੇ ਹਰ ਪਲ ਸਾਡੇ ਨਾਲ ਰਹਿੰਦਾ ਹੈ, ਉਸ ਦੇ ਸਾਨੂੰ ਆਪਣੇ ਆਪ ਜਿਹੜੇ ਨੇ ਦਰਸ਼ਨ ਹੋ ਜਾਣਗੇ। ਸੰਗਤ ਜੀ, ਇਸੀ ਅਵਸਥਾ ਨੂੰ
ਗੁਰੂ ਰਾਮਦਾਸ ਜੀ ਵੀ ਇਸੀ ਤਰ੍ਹਾਂ ਹੀ ਬਿਆਨ ਕਰਦੇ ਨੇ। ਮੈਂ ਮਨ ਤਨ ਖੋਜ ਖੋਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਭਾਵ ਮੈਂ ਉਸ ਨੂੰ ਆਪਣੇ ਤਨ ਵਿੱਚ, ਮਨ ਵਿੱਚ ਲੱਭਿਆ ਤੇ ਫਿਰ ਉਸ ਨਾਲ ਮੇਲ ਮੇਰਾ ਉਸ ਦਾ ਹੋ ਗਿਆ। ਸੋ ਸੰਗਤ ਜੀ, ਹਰ ਮਹਾਂਪੁਰਖ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਸਾਰੇ ਇਹੀ ਗੱਲ ਦੱਸਦੇ ਨੇ ਕਿ ਜੇਕਰ ਅਸੀਂ ਉਸ ਦਾ ਦਰਸ਼ਨ ਕਰਨਾ ਹੈ ਤਾਂ ਅਸੀਂ ਆਪਣੇ ਖੁਦ ਵਿੱਚੋਂ ਕਰੀਏ, ਕਿਉਂਕਿ ਉਹ ਅਕਾਲ ਪੁਰਖ ਸਾਡੇ ਅੰਦਰ ਹੀ ਹੈ, ਬਾਹਰ ਨਹੀਂ ਹੈ। ਸੰਗਤ ਜੀ, ਗੁਰੂ ਅਮਰਦਾਸ ਜੀ ਵੀ ਸਾਨੂੰ ਇਹੀ ਗੱਲ ਸਮਝਾਉਂਦੇ ਨੇ ਕਿ ਅਕਾਲ ਪੁਰਖ ਨੂੰ ਅੰਦਰੋਂ ਹੀ ਢੂੰਡੋ, ਬਾਹਰੋਂ ਨਹੀਂ। ਬਾਹਰ ਮੂਲ ਨਾ ਖੋਜੀਏ, ਘਰ ਮੇਂ ਮਾਹਿ ਵਿਦਾਤਾ। ਭਾਵ ਕਿ ਪਰਮਾਤਮਾ ਨੂੰ ਤੁਸੀਂ ਆਪਣੇ ਅੰਦਰੋਂ ਹੀ ਲੱਭੋ, ਬਾਹਰੋਂ ਨਹੀਂ। ਸੋ ਸੰਗਤ ਜੀ, ਇਸ ਤਰ੍ਹਾਂ ਦੀਆਂ ਕਈ ਪੰਕਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਸਾਨੂੰ ਸਮਝਾਉਂਦੀਆਂ ਨੇ ਕਿ ਜੇ ਤੁਸੀਂ ਉਸ ਮਾਲਕ ਦੇ ਦਰਸ਼ਨ ਕਰਨੇ ਨੇ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾਫ਼ ਕਰੋ। ਆਪਣੇ ਮਨ 'ਤੇ ਲੱਗੀ ਵਿਕਾਰਾਂ ਦੀ ਮੈਲ ਨੂੰ ਸਾਫ਼ ਕਰੋ। ਜੇ ਅਸੀਂ ਖੁਦ ਦਾ ਸ਼ੀਸ਼ਾ ਸਾਫ਼ ਕਰ ਲਵਾਂਗੇ ਤੇ ਸਾਨੂੰ ਸਭ ਕੁਝ ਸਾਫ਼ ਵਿਖਾਈ ਦੇਣ ਲੱਗ ਜਾਏਗਾ ਆਪਣੇ ਆਪ ਹੀ। ਸੋ ਸੰਗਤ ਜੀ, ਇਹ ਸੀ ਉਸ ਗੱਲ ਦਾ ਜਵਾਬ ਕਿ ਅਸੀਂ ਪਰਮਾਤਮਾ ਦੇ ਦਰਸ਼ਨ ਕਿਵੇਂ ਕਰ ਸਕਦੇ ਹਾਂ। ਹੁਣ ਸੰਗਤ ਜੀ, ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਮਾਤਮਾ ਨੂੰ ਅਸੀਂ ਲੱਭਣਾ ਕਿਵੇਂ ਹੈ। ਸੋ ਸੰਗਤ ਜੀ, ਉਸ ਦਾ ਵੀ ਜਵਾਬ ਗੁਰਬਾਣੀ ਦੇ ਵਿੱਚ ਹੀ ਹੈ ਕਿ ਰੱਬ ਨੂੰ ਢੂੰਡਣ ਦੇ ਲਈ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਪਵੇਗਾ। ਕੋਈ ਵੀ ਦੇਹਧਾਰੀ ਮਨੁੱਖ ਇਸ ਦੇ ਸਾਨੂੰ ਦਰਸ਼ਨ ਨਹੀਂ ਕਰਵਾ ਸਕਦਾ। ਗੁਰਬਾਣੀ ਹੀ ਗੁਰੂ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਆਪਣੇ ਆਪ ਸਾਡੇ ਅੰਦਰੋਂ ਬੁਰਾਈਆਂ ਅਤੇ ਵਿਕਾਰ ਦੂਰ ਹੋ ਜਾਣਗੇ। ਅੱਛਾਈਆਂ ਅਤੇ ਚੰਗੇ ਜਿਹੜੇ ਵਿਚਾਰ ਨੇ ਉਹ ਸਾਡੇ ਅੰਦਰ ਆਪਣੇ ਆਪ ਭਰਨ ਲੱਗ ਜਾਣਗੇ। ਗੁਰੂ ਦੇ ਸ਼ਬਦ ਦੇ ਰਾਹੀਂ ਹੀ ਅਸੀਂ ਉਸ ਨੂੰ ਲੱਭ ਲੈਂਦੇ ਹਾਂ। ਬਾਣੀ ਵਿੱਚ ਸੰਗਤ ਜੀ ਫਰਮਾਨ ਹੈ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਭਾਵ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਖੁਦ ਵਿੱਚੋਂ ਹਰੀ ਪਰਮਾਤਮਾ ਨੂੰ ਪਛਾਣੋ। ਸੋ ਸੰਗਤ ਜੀ, ਜਦੋਂ ਇਸ ਗੱਲ ਨੂੰ ਗੁਰੂ ਦੀ ਬਾਣੀ ਵਿੱਚੋਂ ਸਮਝ ਲੈਂਦਾ ਹੈ, ਉਸ ਦਾ ਹਰ ਪਲ ਜਿਹੜਾ ਹੈ ਉਹ ਆਪਣੇ ਆਪ ਸੁਹਾਣਾ ਹੋ ਜਾਂਦਾ ਹੈ। ਭਾਵ ਜੋ ਇਨਸਾਨ, ਜੋ ਮਨੁੱਖ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਉਹ ਪਰਮਾਤਮਾ, ਪਰਿਪੂਰਨ ਪਰਮਾਤਮਾ ਸਾਡੇ ਅੰਦਰ ਹੀ ਹੈ, ਤੇ ਉਸ ਦਾ ਜਿਹੜਾ ਹਰ ਦਿਨ ਜਿਹੜਾ ਹੈ ਉਹ ਬੜਾ ਸੁਹਾਣਾ ਹੋਣ ਲੱਗ ਜਾਂਦਾ ਹੈ। ਸੋ ਸੰਗਤ ਜੀ, ਜੇ ਅਸੀਂ ਹੋਰ ਚੰਗੀ ਤਰੀਕੇ ਨਾਲ ਇਸ ਨੂੰ ਸਮਝਣਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦ ਗੁਰਬਾਣੀ ਦਾ ਸਹਿਜ ਪਾਠ ਕਰੀਏ, ਯਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੂ ਤੋਂ ਅਖੀਰ ਤੱਕ ਅਰਥਾਂ ਸਮੇਤ ਪੜ੍ਹੀਏ। ਸਾਨੂੰ ਫਿਰ ਉਸ ਵਿੱਚੋਂ ਸਾਡੇ ਸਾਰੇ ਸਵਾਲਾਂ ਦਾ ਜਵਾਬ ਆਪਣੇ ਆਪ ਹੀ ਮਿਲ ਜਾਏਗਾ। ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ।
ਜਿੰਨੀ ਕੁ ਨਿਮਾਣੀ ਸੋਚ ਸੀ ਓਨਾ ਹੀ ਦੱਸ ਸਕਿਆ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।